हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਪ੍ਰੋਬੇਬਿਲਿਟੀ। ਨੈਕਸਟ ਹੈ ਕੰਡੀਸ਼ਨਲ ਪ੍ਰੋਬੇਬਿਲਿਟੀ। ਇਹ ਵੀ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਈਜ਼ੀ ਹੈ। ਮੈਂ ਤੁਹਾਨੂੰ ਦੋਨੇ ਤਰੀਕੇ ਕਰਾਵਾਂਗੀ, ਵਿਦ ਸ਼ਾਰਟਕਟ ਟ੍ਰਿਕ ਵੀ ਕਰਵਾਵਾਂਗੀ ਤੇ ਦੂਸਰਾ ਮੈਥਡ ਵੀ ਦੱਸਾਂਗੀ। ਸੋ ਫਸਟ ਆਫ ਆਲ ਦਾ ਨੇਮ ਇਜ਼ ਕੰਡੀਸ਼ਨਲ ਪ੍ਰੋਬੇਬਿਲਿਟੀ। ਸੋ ਨਾਮ ਤੋਂ ਹੀ ਪਤਾ ਲੱਗਦਾ ਕਿ ਪ੍ਰੋਬੇਬਿਲਿਟੀ ਕਿਸੇ ਇਵੈਂਟ ਦੀ ਆਪਾਂ ਪਤਾ ਕਰਨੀ ਜਦੋਂ ਸਾਨੂੰ ਕੋਈ ਕੰਡੀਸ਼ਨ ਗਿਵਨ ਹੈਗੀ ਹੈ। ਕਲੀਅਰ? ਲਾਈਕ ਸਾਡੇ ਕੋਲ ਲੈਟਸ ਸੇ ਦੋ ਇਵੈਂਟ ਹੈਗੇ ਨੇ। ਲੈਟਸ ਸੇ ਕੋਈ ਇੱਕ E ਇਵੈਂਟ ਹੈਗਾ, ਇੱਕ ਹੈਗਾ F ਇਵੈਂਟ। ਮੈਂ E ਹੁਣ ਵਟ ਇਜ਼ ਕੰਡੀਸ਼ਨਲ ਪ੍ਰੋਬੇਬਿਲਿਟੀ? ਕੰਡੀਸ਼ਨਲ ਪ੍ਰੋਬੇਬਿਲਿਟੀ ਨੂੰ ਆਪਾਂ ਲਿਖਿਆ E ਬਾਈ F। ਦੈਟ ਮੀਨਸ ਮੈਂ E ਦੀ ਪਤਾ ਕਰਨੀ ਹੈ ਪ੍ਰੋਬੇਬਿਲਿਟੀ ਵੈਨ F ਇਜ਼ ਅਕਰਡ, ਕਿ F ਆਲਰੇਡੀ ਹੋ ਚੁੱਕਾ। ਠੀਕ ਹੈ, ਇਹ ਹੋ ਚੁੱਕਾ ਆ ਤੇ ਮੈਂ ਪ੍ਰੋਬੇਬਿਲਿਟੀ ਪਤਾ ਕਰਨੀ E ਦੀ, ਯਾਨੀ ਕੰਡੀਸ਼ਨ ਲਗਾਤੀ E ਦੇ ਕਿ E ਦੀ ਪ੍ਰੋਬੇਬਿਲਿਟੀ ਪਤਾ ਕਰਨੀ ਵੈਨ F ਇਜ਼ ਅਕਰਡ। ਸੋ ਇਹ ਕਿੱਦਾਂ ਲਿਖਦੇ ਆ? PE ਬਾਈ F। ਫਾਰਮੂਲਾ ਕੀ ਹੁੰਦਾ? ਉੱਪਰ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਰੱਖੋਗੇ, ਨੀਚੇ ਜਿਹਦੀ ਜਿਹੜਾ ਇਵੈਂਟ ਅਕਰ ਹੋ ਚੁੱਕਾ ਉਹਦੀ ਪ੍ਰੋਬੇਬਿਲਿਟੀ ਨੀਚੇ ਲਓ। ਸੋ ਫਸਟ ਆਫ ਆਲ ਦੱਸਦਾ ਕੰਡੀਸ਼ਨਲ ਪ੍ਰੋਬੇਬਿਲਿਟੀ ਸਿੰਪਲ, ਬਿਲਕੁਲ ਸਿੰਪਲ ਲੈਂਗੁਏਜ ਚ ਕੀ ਹੁੰਦੀ ਕੰਡੀਸ਼ਨਲ ਪ੍ਰੋਬੇਬਿਲਿਟੀ? ਕੋਈ ਇੱਕ ਤੁਹਾਨੂੰ ਇੱਕ ਇਵੈਂਟ ਦੀ ਤੁਸੀਂ ਪਤਾ ਕਰਨੀ ਵੈਨ ਦੂਸਰਾ ਇਵੈਂਟ ਜਿਹੜਾ ਅਕਰਡ ਹੋ ਚੁੱਕਿਆ, ਯਾਨੀ ਉਹਦੇ ਵਿੱਚੋਂ ਤੁਸੀਂ ਦੇਖਦੇ ਹੋ। ਕਲੀਅਰ? ਸਮ ਜਦੋਂ ਕਰਾਂਗੇ ਹੋਰ ਤੁਹਾਨੂੰ ਕਲੀਅਰ ਹੋਏਗਾ। ਸੋ F ਜਿਹੜਾ ਇਵੈਂਟ ਹੋ ਚੁੱਕਾ ਆ ਉਹ ਨੀਚੇ ਆਏਗਾ। ਜੇ ਮੈਂ ਇੱਥੇ P F upon E ਲਿਖਣਾ ਹੋਵੇ, F upon E, ਸੋ ਉੱਪਰ ਤਾਂ ਕੀ ਰਹੇਗੀ? ਇੰਟਰਸੈਕਸ਼ਨ ਹੀ ਰਹੇਗੀ ਦੋਨਾਂ ਦੀ। ਨੀਚੇ ਇਵੈਂਟ ਕਿਹੜਾ ਅਕਰ ਹੋ ਚੁੱਕਾ? E। ਸੋ ਕੀ ਆ ਗਿਆ? E intersection F upon probability of E। So this is the formula for the conditional probability when two different event ਜਿਹੜੇ ਤੁਹਾਨੂੰ ਦਿੱਤੇ ਹੋਏ। You can take screenshot। ਸਮ ਦੇਖਦੇ ਆ ਤੁਹਾਨੂੰ ਹੋਰ ਜ਼ਿਆਦਾ ਜਿਹੜਾ ਕਲੀਅਰ ਹੋਏਗਾ, ਬਟ ਇਹਦੇ ਲਈ ਤੁਹਾਨੂੰ ਪਹਿਲਾਂ ਪਿਛਲਾ ਜੋ ਪ੍ਰੋਬੇਬਿਲਿਟੀ ਮੈਂ ਕਰਾਇਆ ਉਹ ਸਾਰਾ ਆਣਾ ਚਾਹੀਦਾ, ਉਹ ਤੋਂ ਅੱਗੇ ਡਾਇਰੈਕਟ ਹੀ ਹੋਣਾ ਹੈ। ਸੋ ਪਹਿਲੇ ਦੋ ਸਮ ਤਾਂ ਵਿਦਆਊਟ ਸਟੇਟਮੈਂਟ ਹੈਗੇ ਤੇ ਬਹੁਤ ਈਜ਼ੀ ਹੈਗੇ ਨੇ। ਪ੍ਰੋਬੇਬਿਲਿਟੀ ਆਫ ਤੁਹਾਨੂੰ A ਬਾਈ B ਦਿੱਤੀ ਹੋਈ, ਦੈਟ ਮੀਨਸ ਆਫ A ਦੀ ਵੈਨ B ਹੈਜ਼ ਅਕਰਡ, ਤੇ ਇਹ ਅਸੀਂ ਪਤਾ ਕਰਨੀ ਹੈ, ਸੌਰੀ। ਐਂਡ ਨੈਕਸਟ ਪ੍ਰੋਬੇਬਿਲਿਟੀ ਆਫ B ਇਜ਼ ਗਿਵਨ, ਦੈਟ ਇਜ਼ ਇਕੁਅਲ ਟੂ 0.5, and probability of A intersection B is equals to 0.30. So what is the formula of A by B is equals to A intersection B and the event which has occurred. ਜਿਹੜਾ ਨੀਚੇ ਹੁੰਦਾ ਉਹ occurred ਹੋਇਆ ਹੁੰਦਾ, ਠੀਕ ਹੈ। A intersection B is 0.32. I can write it as 32 by 100 and divide की सी 0.5, I can write it 5 by 10, की हो जाएगा 10 by 5. So ਇਹ ਤੁਹਾਡੇ ਕੋਲ ਕਿੰਨਾ ਹੋ ਜਾਏਗਾ? 32 by 50, that is 16 by 25। ਠੀਕ ਹੈ, ਇਹ ਆਂਸਰ ਆ ਜਾਏਗਾ। You can take screenshot। नेक्स्ट क्वेश्चन करते हैं। प्रोबेबिलिटी ऑफ ए गिवन है ਤੁਹਾਨੂੰ 6 by 11 and wait, probability A is 6 by 11 and probability of B is 5 by 11 and probability of A union B। ਇੱਥੇ ਤੁਹਾਨੂੰ A union B given ਹੈਗਾ ਤੇ ਪਤਾ ਕਰਨਾ ਹੈਗਾ ਤੁਸੀਂ probability of A intersection B। ਇਹ ਪਿਛਲੀ ਵੀਡੀਓਸ ਚ ਆਪਾਂ ਕੀਤਾ ਹੈ ਕਿੱਦਾਂ ਕਰਦੇ, ਪਹਿਲਾਂ ਤੁਸੀਂ ਖੁਦ ਟਰਾਈ ਕਰੋ ਇਹ ਵਾਲੀ ਚੀਜ਼, ਖੁਦ ਟਰਾਈ ਕਰਕੇ ਦੇਖੋ ਫਿਰ ਮੈਚ ਕਰਿਓ, ਕਿਉਂਕਿ ਆਲਰੇਡੀ ਕੀਤਾ ਹੋਇਆ ਆਪਾਂ ਕਿ ਕਿੱਦਾਂ ਕਰਦੇ। ਸੋ ਇੱਥੇ ਤੁਹਾਨੂੰ ਪਤਾ ਫਾਰਮੂਲਾ ਪ੍ਰੋਬੇਬਿਲਿਟੀ ਆਫ A ਯੂਨੀਅਨ B ਕੀ ਹੁੰਦਾ? ਸਾਡੇ ਕੋਲ ਪ੍ਰੋਬੇਬਿਲਿਟੀ ਆਫ A ਪਲੱਸ ਪ੍ਰੋਬੇਬਿਲਿਟੀ ਆਫ B ਮਾਈਨਸ ਪ੍ਰੋਬੇਬਿਲਿਟੀ ਆਫ A ਇੰਟਰਸੈਕਸ਼ਨ B। ਸੋ ਪ੍ਰੋਬੇਬਿਲਿਟੀ ਆਫ A is 6 by 11 plus 5 by 11 and union ਦੀ ਹੈਗੀ ਆ 7 by 11 ਮਾਈਨਸ ਇੰਟਰਸੈਕਸ਼ਨ B ਐਜ਼ ਇਟ ਇਜ਼। ਇਹਨੂੰ ਚੱਕ ਕੇ ਤੁਸੀਂ ਇੱਧਰ ਲਿਓ, ਇਹ ਇੱਧਰ ਲਿਓ। ਕਲੀਅਰ? ਸੋ ਸਾਡੇ ਕੋਲ ਕੀ ਆ ਜਾਏਗਾ? ਪ੍ਰੋਬੇਬਿਲਿਟੀ ਆਫ A ਇੰਟਰਸੈਕਸ਼ਨ B ਇਜ਼, ਇਹ ਆ ਜਾਏਗਾ 6 plus 5 11 by 11 minus 7 by 11, that is ਇੱਥੇ 1 ਆ ਜਾਏਗਾ, 4 by 11। ਠੀਕ ਹੈ, ਸੋ ਪ੍ਰੋਬੇਬਿਲਿਟੀ ਆਫ A ਇੰਟਰਸੈਕਸ਼ਨ B ਕਿੰਨਾ ਆ ਗਿਆ ਸਾਡੇ ਕੋਲ? 4 by 11। ਉਸ ਤੋਂ ਬਾਅਦ ਅਸੀਂ ਪਤਾ ਕਰਨਾ ਪ੍ਰੋਬੇਬਿਲਿਟੀ ਆਫ A by B। ਪ੍ਰੋਬੇਬਿਲਿਟੀ ਆਫ A by B यानी कि ए दी प्रोबेबिलिटी व्हेन बी हैज अकर्ड, ऊपर की हुंदा इंटरसेक्शन दोनों दी,
ਨੀਚੇ which have been occurred ਜਿਹੜਾ occurred ਹੋ ਚੁੱਕਾ। ਇੰਟਰਸੈਕਸ਼ਨ ਅਸੀਂ ਕੱਢਿਆ 4/11 and probability of B is 5/11, so answer is 4/5। क्लियर? ਇਹਦੀ B by A ਤੁਸੀਂ ਖੁਦ ਨਿਕਾਲੋਗੇ, ਠੀਕ ਹੈ? ਖੁਦ ਕਰਕੇ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਕਿ ਕਿੰਨਾ ਆਇਆ। क्लियर? you can take screenshot। ਨੈਕਸਟ ਕਰਦੇ ਆ ਸਟੇਟਮੈਂਟ ਵਾਲੇ ਕੁਐਸਚਨ। ਦੇਖੋ ਹੁਣ ਜਿਹੜੇ ਇਹ ਹੈਗੇ ਮੇਨ ਕੁਐਸਚਨ ਕਿ ਇੱਕ ਕੁਆਇਨ ਆ ਉਹਨੂੰ ਟਾਸ ਕੀਤਾ 2 ਟਾਈਮਸ। ਇਹਨੂੰ ਮੈਂ ਤੁਹਾਨੂੰ ਸ਼ਾਰਟਕਟ ਟ੍ਰਿਕ ਨਾਲ ਵੀ ਦੱਸਾਂਗੀ। ਇੱਕ ਕੁਆਇਨ ਆ ਉਹਨੂੰ ਟਾਸ ਕੀਤਾ 2 ਟਾਈਮ। E ਇਵੈਂਟ ਹੈਗਾ ਐਗਜ਼ੈਕਟਲੀ 1 ਹੈਡ, F ਹੈਗਾ ਐਟਲੀਸਟ 1 ਹੈਡ ਐਂਡ ਫਾਈਂਡ ਦਾ ਪ੍ਰੋਬੇਬਿਲਿਟੀ ਆਫ E by F, ਯਾਨੀ ਕਿ E by F ਮਤਲਬ ਇਹਦੀ ਪਤਾ ਕਰਨੀ ਹੈ when F has occurred। ਪਹਿਲਾਂ ਤਾਂ ਆਪਾਂ ਟ੍ਰੈਡੀਸ਼ਨਲ ਮੈਥਡ ਕਰਦੇ ਆ ਜਿੱਦਾਂ ਕਰਦੇ ਆ coin is tossed 2 time। ਜੇ 2 time ਕਿਸੇ coin ਨੂੰ toss ਕੀਤਾ ਹੋਵੇ ਟੋਟਲ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਪਤਾ ਹੀ ਹੈ ਤੁਹਾਨੂੰ। ਟੋਟਲ ਨੰਬਰ ਆਫ ਕੇਸਿਸ ਕਿੰਨੇ ਹੋਣਗੇ ਇਹ ਤਾਂ ਕਲੀਅਰ ਹੈ ਨਾ। that is 2 ਦੀ ਪਾਵਰ 2 that is equal to 4। ਇਹ ਕਰਵਾਈ ਹੋਈ ਚੀਜ਼ ਤੁਹਾਨੂੰ ਦੱਸੀ ਹੋਈ ਆ। ਹੁਣ ਕਹਿ ਰਿਹਾ ਐਗਜ਼ੈਕਟਲੀ 1 ਹੈਡ। ਤੁਸੀਂ ਪਹਿਲੇ ਇਵੈਂਟ E ਬਣਾ ਲਓ। ਐਗਜ਼ੈਕਟਲੀ 1 ਹੈਡ ਕੀ ਹੋਏਗਾ, ਜਾਂ ਤਾਂ ਹੈਡ ਟੇਲ ਜਾਂ ਫਿਰ ਟੇਲ ਹੈਡ। ਇਹੀ ਹੋ ਸਕਦਾ ਜੇ 2 coin ਸੁੱਟੋਗੇ ਐਗਜ਼ੈਕਟਲੀ 1 ਹੈਡ ਇੱਕੋ ਹੀ ਹੈਡ ਆਵੇ, ਜਾਂ ਤੇ ਹੋ ਸਕਦਾ ਹੈਡ ਆ ਜਾਵੇ ਪਹਿਲੇ ਦੂਸਰੇ ਤੇ ਟੇਲ ਜਾਂ ਹੈਡ। ਸੋ F ਇਵੈਂਟ ਚ ਕੀ ਕਹਿ ਰਿਹਾ ਐਟਲੀਸਟ 1 ਹੈਡ ਮਤਲਬ ਇੱਕ ਹੈਡ ਵੀ ਆ ਸਕਦਾ, ਯਾਨੀ ਇਹ ਵਾਲੀ ਕੰਡੀਸ਼ਨ ਵੀ ਹੋ ਸਕਦੀ ਆ, ਜਾਂ ਫਿਰ 2 ਹੈਡ ਵੀ ਆ ਸਕਦੇ। ਇਹੀ ਹੋ ਸਕਦਾ ਪੂਰੀ ਸੈਂਪਲ ਸਪੇਸ ਚੋਂ। F ਇਵੈਂਟ ਚ ਕਹਿ ਰਿਹਾ ਐਟਲੀਸਟ 1 ਹੈਡ ਇੱਕੋ ਹੀ ਹੈਡ ਆਵੇ, ਜਾਂ ਤਾਂ ਹੈਡ ਟੇਲ ਹੋ ਸਕਦਾ, ਟੇਲ ਹੈਡ ਇਹਨਾਂ ਚ ਇੱਕ ਹੈਡ ਆ। ਐਟਲੀਸਟ 1 ਹੈਡ ਮਤਲਬ 2 ਵੀ ਤਾਂ ਹੋ ਹੀ ਸਕਦੇ ਕਿ 2 ਹੈਡ ਵੀ ਆ ਸਕਦੇ। ਸੇਮ ਹੋ ਗਿਆ। ਹੁਣ ਤੁਸੀਂ ਦੋਨਾਂ ਦੀ ਇੰਟਰਸੈਕਸ਼ਨ ਦੇਖ ਲਓ। ਦੋਨਾਂ ਦੇ ਸਾਂਝੇ ਕਿੰਨੇ ਇਵੈਂਟ ਆ, ਸਿਰਫ 2 ਹੀ ਆ। ਕਿਹੜੇ ਕਿਹੜੇ? ਹੈਡ ਟੇਲ ਐਂਡ ਟੇਲ ਹੈਡ। ਸੋ ਪਤਾ ਕੀ ਕਰਨਾ, ਪ੍ਰੋਬੇਬਿਲਿਟੀ E by F ਕੀ ਫਾਰਮੂਲਾ ਆ, ਪ੍ਰੋਬੇਬਿਲਿਟੀ ਆਫ E ਇੰਟਰਸੈਕਸ਼ਨ F ਅਪਨ ਪ੍ਰੋਬੇਬਿਲਿਟੀ ਆਫ F। ਇਹਦਾ ਕੰਡੀਸ਼ਨਲ ਤੋਂ ਸਾਨੂੰ ਪਤਾ, तो ਕੱਢ ਲਓ। ਇਹਦੀ ਕਿੰਨੀ ਆ ਜਾਏਗੀ 2 ਹੈਗੀ, 2/4 ਟੋਟਲ ਤਾਂ 19 ਰਹਿਣੀ ਹੈ 3/4। ਇਹ ਅਗੇਨ 2/4। तो ਇੱਥੇ ਪੁੱਟ ਕਰੋਗੇ ਕਿੰਨਾ ਆਏਗਾ 2/4 ਡਿਵਾਈਡ ਬਾਈ F ਦੀ ਕਿੰਨੀ ਹੈ 3/4। ਸੋ ਆਨਸਰ ਕਿੰਨਾ ਆਂਦਾ 2/3। ਇੱਕ ਤਾਂ ਇੰਨਾ ਲੰਬਾ ਮੈਥਡ ਆ, ਤੁਸੀਂ ਇਸ ਤਰੀਕੇ ਨਾਲ ਕਰੋ। ਬਟ ਇਸ ਤੋਂ ਵੀ ਈਜ਼ੀ ਜਿਹੜਾ ਬਹੁਤ ਈਜ਼ੀ ਮੈਥਡ ਹੈਗਾ ਉਹ ਕੀ ਆ, ਉਹਦੀ ਡੈਫੀਨੇਸ਼ਨ ਤੋਂ ਹੀ ਆ। ਦੇਖੋ ਕਹਿ ਰਿਹਾ E by F ਯਾਨੀ E ਦੀ ਪ੍ਰੋਬੇਬਿਲਿਟੀ ਪਤਾ ਕਰਨੀ when F has occurred, ਮਤਲਬ F ਹੋ ਚੁੱਕਾ। ਅਸੀਂ F ਦੇ ਵਿੱਚੋਂ ਹੀ E ਦੀ ਪ੍ਰੋਬੇਬਿਲਿਟੀ ਪਤਾ ਕਰਨੀ। ਉਹ ਲਈ ਕੀ ਕਰਨਾ, ਤੁਸੀਂ ਜਸਟ ਇਹਨਾਂ ਦੀਆਂ ਸੈਂਪਲ ਸਪੇਸ ਬਣਾਉਣੀਆਂ। E ਐਗਜ਼ੈਕਟਲੀ 1 ਹੈਡ ਦੀ ਬਣਾ ਲਈ, F ਐਟਲੀਸਟ 2 ਹੈਡ। ਬਸ ਤੁਸੀਂ ਇੰਨਾ ਕੰਮ ਕਰਨਾ। ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਅਸੀਂ ਪ੍ਰੋਬੇਬਿਲਿਟੀ ਪਤਾ ਕਰਨੀ E by F, ਯਾਨੀ ਕਿ ਇਵੈਂਟ E ਦੀ ਹੀ ਪਤਾ ਕਰਨੀ when F has occurred, ਜਦੋਂ F ਹੋ ਚੁੱਕਾ ਯਾਨੀ F ਦੇ ਵਿੱਚੋਂ ਹੀ ਪਤਾ ਕਰਨੀ ਆ। ਤੇ ਹੁਣ ਦੇਖੋ F ਦੇ ਵਿੱਚੋਂ ਯਾਨੀ ਹੁਣ ਸੈਂਪਲ ਸਪੇਸ ਕਿਹਨੂੰ ਮੰਨ ਕੇ ਚੱਲੋਗੇ, ਇਹਨੂੰ। ਉਹਦੇ ਵਿੱਚੋਂ ਤੁਹਾਡਾ ਜਿਹੜਾ ਇਵੈਂਟ ਆ ਉਹ ਕਿਹੜਾ ਹੋਏਗਾ, A। ਸਮਝਦੇ ਇਹ ਗੱਲ? ਧਿਆਨ ਨਾਲ ਇੱਕ ਵਾਰੀ ਫੇਰ ਸੁਣ ਲਓ। ਕਹਿ ਰਿਹਾ ਕਿ ਮੈਂ E ਦੀ ਪਤਾ ਕਰਨੀ ਆ when F has occurred, ਮਤਲਬ F ਮੇਰੇ ਲਈ ਹੁਣ ਸੈਂਪਲ ਸਪੇਸ ਆ, ਮੈਂ ਉਹਦੇ ਵਿੱਚੋਂ ਪਤਾ ਕਰਨੀ ਆ। ਦੇਖੋ ਹੁਣ ਇਹਨੂੰ ਆਪਣੇ ਦਿਮਾਗ 'ਚ ਸੈਂਪਲ ਸਪੇਸ ਲੈ ਕੇ ਚੱਲੋ ਤੇ ਇਹਦੇ ਵਿੱਚੋਂ ਤੁਸੀਂ ਇਸ ਇਵੈਂਟ ਦੀ ਪਤਾ ਕਰਨੀ ਆ ਕਿ ਐਗਜ਼ੈਕਟਲੀ 1 ਹੈਡ, ਠੀਕ ਹੈ, ਜਦੋਂ ਐਟਲੀਸਟ देयर इज 1 ਹੈਡ। ਕਲੀਅਰ? ਹੁਣ ਇਸ ਚੀਜ਼ ਨੂੰ ਸਮਝਿਓ। ਦੇਖੋ ਕੀ ਕਹਿ ਰਿਹਾ, E by F ਪਤਾ ਕਰਨੀ ਆ ਮਤਲਬ ਕਿ E ਦੀ ਪ੍ਰੋਬੇਬਿਲਿਟੀ when F has occurred ਯਾਨੀ ਇਹ ਮੇਰੀ ਸੈਂਪਲ ਸਪੇਸ ਆ। ਹੁਣ ਦੇਖੋ ਇਹਦੇ ਵਿੱਚੋਂ ਇਹ ਵਾਲੇ ਕਿੰਨੇ ਜਾਣੇ ਆ, 2 ਜਾਣੇ ਆ, ਤੇ ਟੋਟਲ ਕਿੰਨੇ ਆ ਇਹ 3। ਸੋ ਆਨਸਰ ਕਿੰਨਾ ਆ ਗਿਆ 2/3। ਕਿੰਨਾ ਈਜ਼ੀ ਆ। ਦਿਸ ਇਜ਼ ਦਾ ਸ਼ਾਰਟਕਟ ਵੇ ਕਿ ਕਿੰਨੇ ਈਜ਼ੀਲੀ ਤੁਸੀਂ ਪਤਾ ਕਰ ਸਕਦੇ। ਤੁਹਾਨੂੰ ਡੈਫੀਨੇਸ਼ਨ ਕਲੀਅਰ ਆ, ਮਤਲਬ ਅਸੀਂ ਇਹਦੇ ਵਿੱਚੋਂ ਹੀ ਇਹਦੀ ਪ੍ਰੋਬੇਬਿਲਿਟੀ ਪਤਾ ਕਰਨੀ ਆ। ਸੋ ਸੈਂਪਲ ਸਪੇਸ ਇਹ ਹੋ ਗਿਆ। ਟੋਟਲ ਕੇਸਿਸ ਹਮੇਸ਼ਾ ਨੀਚੇ ਆਉਂਦੇ ਆ 3, ਇਹਦੇ ਕਿੰਨੇ ਆ 2। ਸੋ ਉੱਪਰ ਆ ਗਿਆ ਇਹਦੇ ਵਾਲੇ ਇਹਦੇ ਵਿੱਚ ਕਿੰਨੇ ਆ 2 ਹੀ ਆ ਨਾ। ਸੋ ਇਹ ਕਿੰਨਾ ਆ ਗਿਆ 2/3। ਸੋ ਦਿਸ ਇਜ਼ ਦਾ ਸ਼ਾਰਟਕਟ ਵੇ। ਤੁਹਾਨੂੰ ਇੰਨਾ ਲੰਬਾ ਜਾਣ ਦੀ ਲੋੜ ਨਹੀਂ, ਕੋਈ ਸਾਰੀਆਂ ਪ੍ਰੋਬੇਬਿਲਿਟੀਜ਼ ਕੱਢਣ ਦੀ ਲੋੜ ਨਹੀਂ, ਜਸਟ ਇਵੈਂਟ ਬਣਾਓ ਤੇ ਹੋ ਜਾਏਗਾ। ਨੈਕਸਟ ਕੁਐਸਚਨ ਕਰਦੇ ਹਾਂ। ਮਦਰ, ਫਾਦਰ ਐਂਡ ਸਨ ਲਾਈਨਡ ਅਪ ਐਟ ਅ ਰੈਂਡਮ ਫॉर ਅ ਫੈਮਿਲੀ ਪਿਕਚਰ। ਮਦਰ, ਫਾਦਰ ਐਂਡ ਸਨ ਲਾਈਨ 'ਚ ਖੜੇ ਆ, ਇੱਕ ਫੈਮਿਲੀ ਪਿਕਚਰ ਕਰਵਾਣੀ ਇਸ ਲਈ। E ਇਵੈਂਟ ਹੈਗਾ ਸਨ ਔਨ 1 ਐਂਡ। ਜਿਹੜਾ E ਇਵੈਂਟ ਹੈਗਾ ਕਿ ਸਨ ਇੱਕ ਐਂਡ ਤੇ ਹੋਵੇ, ਜਾਂ ਇੱਧਰਲੇ ਪਾਸੇ ਜਾਂ ਉੱਧਰਲੇ ਪਾਸੇ। ਕੀ ਕੇਸ ਹੋ ਸਕਦਾ, ਸਨ ਦੇ ਨਾਲ ਫਾਦਰ ਮਦਰ, ਜਾਂ ਫਿਰ ਸਨ ਦੇ ਨਾਲ ਮਦਰ ਫਾਦਰ, ਜਾਂ ਫਿਰ ਜੇ ਸਨ ਇੱਧਰਲੀ ਸਾਈਡ ਆ ਤੇ ਮਦਰ ਫਾਦਰ, ਸਨ ਇੱਧਰਲੀ ਸਾਈਡ ਆ ਤੇ ਫਾਦਰ ਮਦਰ। ਕਲੀਅਰ? ਇਹੀ 4 ਕੇਸਿਸ ਆ। F 'ਚ ਕੀ ਆ, ਸਨ F ਦੇ ਵਿੱਚ ਕੀ ਲਿਖਿਆ ਹੋਇਆ, ਹਾਂ ਇਹ E ਹੈਗਾ ਸਨ ਐਟ 1 ਐਂਡ ਐਂਡ F ਇਜ਼ ਸਨ ਐਟ ਮਿਡਲ। ਸੋ ਸਨ ਮਿਡਲ ਤੇ ਹੋਵੇ ਯਾਨੀ ਮਦਰ ਸਨ ਫਾਦਰ ਹੋ ਸਕਦਾ, ਜਾਂ ਫਾਦਰ ਸਨ ਮਦਰ ਹੋ ਸਕਦਾ। ਇਹੀ 2 ਕੇਸਿਸ ਹੋ ਸਕਦੇ ਲਾਈਨ 'ਚ ਲੱਗਣ ਦੇ ਕਿ ਸਨ ਮਿਡਲ 'ਚ ਹੋਵੇ। ਇਹ 2 ਇਵੈਂਟ ਦਿੱਤੇ ਸੀਗੇ E ਤੇ F। ਕਲੀਅਰ? ਸੋ ਹੁਣ ਸਾਨੂੰ ਪਤਾ ਕੀ ਕਰਨ ਲਈ ਕਿਹਾ E by F, ਪ੍ਰੋਬੇਬਿਲਿਟੀ ਆਫ E by
ਪ੍ਰੋਬੇਬਿਲਿਟੀ ਪਤਾ ਕਰਨੀ ਜਦੋਂ f ਹੈਜ਼ ਅਕਰਡ, ਯਾਨੀ f ਮੇਰਾ ਸੈਂਪਲ ਸਪੇਸ ਆ, ਉਹਦੇ ਵਿੱਚ ਮੈਂ ਪਤਾ ਕਿਹਦੀ ਕਰਨੀ, e ਦੀ। ਹੁਣ ਦੇਖੋ f ਦੇ ਵਿੱਚ ਟੋਟਲ ਦਾ ਕੇਸਿਸ ਠੀਕ ਆ, ਨੀਚੇ ਪਤਾ ਹੈ ਟੋਟਲ ਕਿੰਨੇ ਆ 2, ਬਟ e ਹੈ ਚ ਕਿਤੇ ਕਿਤੇ ਵੀ ਹੈ e ਨਹੀਂ ਹੈ, ਦੈਟ ਮੀਨਸ 0, ਆਂਸਰ ਕੀ ਆ ਗਿਆ 0। ਹੁਣ ਏਦਾਂ ਕਰਨਾ, ਏਦਾਂ ਕਰ ਲਓ, ਦੂਸਰਾ ਤਰੀਕੇ ਨਾਲ ਵੀ ਕਰ ਲਓ, ਇਹ ਤਾਂ ਸ਼ਾਰਟਕਟ ਇਹ ਤੁਹਾਨੂੰ ਦੱਸਿਆ, ਦੂਸਰਾ ਤਰੀਕਾ ਦੇਖ ਲਓ ਉਹਨਾਂ ਕੀ ਫਾਰਮੂਲਾ ਹੁੰਦਾ ਆ। ਇਹਦੀ ਪਹਿਲਾਂ ਕੱਢੋ 1 2 3 4, ਟੋਟਲ ਕਿੰਨੇ ਬਣਨਗੇ 4, ਇਹ 2 ਇਹ 6 ਬਣਨਗੇ ਟੋਟਲ। ਤਾਂ ਬਣਾ ਕੇ ਦੇਖ ਲਿਆ ਸੈਂਪਲ ਸਪੇਸ, ਇਹਦੀ ਕਿੰਨੀ ਆ ਜਾਏਗੀ 2/6। ਬਟ ਜਦੋਂ ਇੰਟਰਸੈਕਸ਼ਨ ਦੇਖੋਗੇ ਦੋਨਾਂ ਸਾਂਝਾ ਤਾਂ ਕੁਛ ਨਹੀਂ, ਸੋ E ਇੰਟਰਸੈਕਸ਼ਨ F ਕੀ ਆ ਜਾਏਗੀ 0। ਸੋ ਜਦੋਂ ਤੁਸੀਂ ਉਹ ਫਾਰਮੂਲਾ ਵੀ ਲਾਓਗੇ ਉਹੀ ਵਾਲਾ ਜਿਹੜਾ E/F ਇਜ਼ ਇੰਟਰਸੈਕਸ਼ਨ ਅਪਨ F, ਤਾਂ ਇੰਟਰਸੈਕਸ਼ਨ 0 ਪੁੱਟ ਕਰੋਗੇ ਤਾਂ ਵੀ ਆਂਸਰ ਕੀ ਆਏਗਾ 0। ਕਲੀਅਰ? ਸੋ ਹੈਗੇ ਈਜ਼ੀ ਨੇ, ਜ਼ਿਆਦਾ ਕੁਝ ਔਖਾ ਨਹੀਂ ਹੈਗਾ। ਕਲੀਅਰ? ਯੂ ਕੈਨ ਟੇਕ ਸਕਰੀਨਸ਼ਾਟ। ਫਿਰ ਨੈਕਸਟ ਸਮ ਕਰਾਂਗੇ। ਨੈਕਸਟ ਸਮ ਪਹਿਲਾਂ ਤੁਸੀਂ ਮੇਰੇ ਨਾਲ ਟਰਾਈ ਕਰੋਗੇ, ਮਤਲਬ ਤੁਸੀਂ ਖੁਦ ਟਰਾਈ ਕਰੋ ਇਹ, ਫਿਰ ਮੇਰੇ ਨਾਲ ਆਨਸਰ ਮੈਚ ਕਰਿਓ। 2 coin is tossed, E ਹੈਗਾ getting 2 head, F ਹੈਗਾ at least 1 head, ਤੇ E/F ਦੀ ਪ੍ਰੋਬੇਬਿਲਿਟੀ ਪਤਾ ਕਰਨੀ। ਵੀ ਜਿਹਦਾ ਸ਼ਾਰਟਕਟ ਟ੍ਰਿਕ ਕਰਕੇ ਦੇਖੋ ਤੁਸੀਂ। 2 coin toss ਹੈਗੇ ਨੇ, ਜੇ 2 coin toss ਕਰਾਂਗੇ ਤੇ ਟੋਟਲ ਦਾ ਰਹੇਗਾ 4, ਠੀਕ ਹੈ। ਸੋ E ਹੈਗਾ getting 1 head, 1 head ਮਤਲਬ head tail ਹੋਏਗਾ, tail head, ਤੇ F ਜ ਹੈਗਾ at least 1 head, getting 2 head, E ਜ ਹੈਗਾ getting 2 head, sorry, E ਜ ਹੈਗਾ getting 2 head and F ਜ ਹੈਗਾ at least 1 head, ਯਾਨੀ 1 head ਚ head tail, tail head ਵੀ ਆ ਸਕਦਾ, ਜਾਂ ਫਿਰ at least 1 ਕਿਆ ਯਾਨੀ 2 head ਵੀ ਤਾਂ ਹੋ ਹੀ ਸਕਦੇ। ਹੁਣ ਪਤਾ ਕਿਹਦੀ ਕਰਨੀ ਪ੍ਰੋਬੇਬਿਲਿਟੀ E/F, ਯਾਨੀ E ਦੀ ਪਤਾ ਕਰਨੀ ਪਹਿਲੇ F ਹੈਜ਼ ਅਕਰਡ, ਯਾਨੀ ਇਹ ਮੇਰਾ ਸੈਂਪਲ ਸਪੇਸ ਆ, ਸੈਂਪਲ ਸਪੇਸ ਚ ਮੈਂ ਇਹਦੀ ਦੇਖਣੀ, ਇਹ ਚ ਕਿੰਨੇ ਹੈਗਾ ਨਾ, ਕਿੰਨੇ ਆ 1 ਡਿਵਾਈਡ ਬਾਈ ਟੋਟਲ ਕਿੰਨਾ ਆ 3। ਸੋ ਸਿੱਧਾ ਆਨਸਰ ਆ ਗਿਆ, ਦੇਖ ਲਓ E/F, F ਮੇਰੀ ਸੈਂਪਲ ਸਪੇਸ ਸੀ, ਟੋਟਲ 3, ਇਹਦੀ ਪਤਾ ਕਰਨੀ ਸੀ, ਇੱਕੋ ਹੀ ਕੇਸ ਸੀ ਇਹਦੇ ਵਿੱਚ, ਸੋ ਹੋ ਗਿਆ। ਜਾਂ ਹੁਣ ਦੇਖੋ ਦੂਸਰਾ ਤਰੀਕਾ ਕੀ ਆ, ਉਹਦੇ ਨਾਲ ਕਰਕੇ ਦੇਖ ਲਓ। E ਦੀ ਕਿੰਨੀ ਆ ਜਾਏਗੀ 1/4, ਇਹਦੀ ਕਿੰਨੀ ਆ ਜਾਏਗੀ 3/4, ਦੋਨਾਂ ਚ ਸਾਂਝਾ ਦੇਖ ਲਓ, ਦੋਨਾਂ ਚ ਸਾਂਝੇ ਕਿੰਨੇ ਆ 1/, ਇੱਕੋ ਹੀ ਸਾਂਝਾ ਆਏਗਾ ਹੈਡ ਹੈਡ, ਠੀਕ ਹੈ ਨਾ। ਜੇ ਮੈਂ ਇੱਥੇ E ਇੰਟਰਸੈਕਸ਼ਨ F ਬਣਾਵਾਂ ਤੇ ਹੈਡ ਹੈਡ ਹੀ ਆ ਜਾਏਗਾ। ਸੋ ਟੋਟਲ ਨੀਚੇ ਹੁਣ ਫਾਰਮੂਲਾ ਲਾ ਦੋ E/F ਦਾ, ਉਹ ਕੀ ਹੁੰਦਾ, ਉੱਪਰ ਇੰਟਰਸੈਕਸ਼ਨ, ਨੀਚੇ which have been occurred, ਇੰਟਰਸੈਕਸ਼ਨ ਕਿੰਨਾ 1/4, ਅਕਰਡ ਵਾਲਾ 3/4, ਤਾਂ ਵੀ ਆਨਸਰ ਕਿੰਨਾ ਆ ਗਿਆ 1/3। ਸੋ ਇਹਦਾ ਸ਼ਾਰਟਕਟ ਮੈਥਡ ਨਾਲ ਕਿੰਨੀ ਜਲਦੀ ਆਇਆ, ਜੇ ਤੁਹਾਨੂੰ ਤੁਸੀਂ ਜਸਟ ਇਵੈਂਟ ਬਣਾਏ, ਉਹਦੇ ਵਿੱਚੋਂ ਇਹਦੀ ਪ੍ਰੋਬੇਬਿਲਿਟੀ, ਇਹਨੂੰ ਐਜ਼ ਅ ਸੈਂਪਲ ਸਪੇਸ ਮੰਨਣਾ ਆ, ਸੈਂਪਲ ਸਪੇਸ ਟੋਟਲ ਆ, ਮਤਲਬ ਟੋਟਲ ਕਿੰਨੇ ਆ 3 ਇਵੈਂਟ, ਇਹਦੇ ਵਿੱਚੋਂ ਇਹਦੀ ਦੇਖਣੀ, ਇਹਦੇ ਵਿੱਚ ਕਿੰਨੇ ਇੱਕ ਹੀ ਆ 1/3। ਸੋ ਦੇਖੋ ਮਤਲਬ ਸ਼ਾਰਟਕਟ ਕਿੰਨਾ, ਜੇ ਤੁਸੀਂ ਬਸ ਇਹ ਤਿਆਰ ਕਰਨਾ ਆ, ਇਹਨੂੰ ਐਜ਼ ਅ ਸੈਂਪਲ ਸਪੇਸ ਮੰਨ ਕੇ ਉਹ ਡਿਵਾਈਡ ਚ ਚੱਲ ਜਾਣਾ, ਜਿੰਨੇ ਇਹ ਵਾਲੇ ਇਹ ਚ ਹੋਣਗੇ ਉੱਪਰ ਲਿਖ ਲੈਣਾ, ਠੀਕ ਹੈ। ਏਦਾਂ ਯਾਦ ਰੱਖ ਲਓ ਕਿ ਜਿੱਦਾਂ E/F ਪਤਾ ਕਰਨਾ ਨਾ, ਉੱਪਰ ਇਹਨਾਂ ਤੋਂ ਕਿੰਨੇ ਸਾਂਝੇ ਆ ਉਹ ਲਿਖ ਲੈਣੇ, ਕਿੰਨੇ ਇੱਕੋ ਹੀ ਸਾਂਝੇ ਇਹਨਾਂ ਚ, ਡਿਵਾਈਡ ਵਿੱਚ ਇਹ ਕਿੰਨੇ ਆ ਟੋਟਲ ਕਿੰਨੇ ਆ, ਇਹ ਤੁਹਾਡੇ ਕੋਲ ਕੀ ਹੋ ਗਈ ਸੈਂਪਲ ਸਪੇਸ। ਕਲੀਅਰ? ਸੋ ਇਦਾਂ ਕਿੰਨੀ ਈਜ਼ੀਲੀ ਜਿਹੜਾ ਆ ਵਿਦ ਦਾ ਸ਼ਾਰਟ ਵੇ ਤੁਸੀਂ ਕਿੰਨੀ ਈਜ਼ੀਲੀ ਕਰ ਸਕਦੇ ਹੋ। ਫਾਰਮੂਲੇ 'ਚ ਵੀ ਉਹਦੀ ਚੀਜ਼ ਦੱਸੀ ਹੋਈ ਹੈ, ਦੇਖੋ ਤਾਂ ਇੰਟਰਸੈਕਸ਼ਨ, ਇਹ ਤਾਂ ਤੁਹਾਨੂੰ ਕੱਲੀ ਕੱਲੀ ਪ੍ਰੋਬੇਬਿਲਿਟੀ ਕੱਢਣੀ ਪੈਣੀ, ਏਦਾਂ ਤੁਸੀਂ ਡਾਇਰੈਕਟ ਕਰ ਲੈਣਾ, ਉਹਨੂੰ ਸ਼ਾਰਟਕਟ ਟ੍ਰਿਕ 'ਚ ਕਨਵਰਟ ਕੀਤਾ ਹੋਇਆ, ਠੀਕ ਹੈ, ਕੁਝ ਜ਼ਿਆਦਾ ਨਿਊ ਨਹੀਂ ਹੈ। ਕਲੀਅਰ? ਸੋ ਇਹਨੂੰ ਕਰ ਲੈਣਾ। ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।